ਇਹ ਕਹਿੰਦੇ ਅਸੀਂ LIC ਵੇਚ ਦੇਣਾ, BSNL ਵੇਚਤਾ, ਰੇਲਵੇ ਵੇਚਤਾ, ਦੇਸ਼ ਦੇ ਸਾਰੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਨੂੰ ਦੇਣੀ ਆ। ਇਹ ਤਾਂ ਹੈਗੀ ਆ ਦੇਸ਼ ਭਗਤੀ। ਤੇ ਮੋਦੀ ਸਰਕਾਰ ਦੀ ਗਲਤ ਨੀਤੀਆਂ ਦਾ ਵਿਰੋਧ ਕਰਨਾ, ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ, ਆਪਣੇ ਹੱਕਾਂ ਨਹੀਂ ਬੋਲਣਾ, ਇਹ ਹੋ ਗਿਆ ਦੇਸ਼ ਵਿਰੋਧੀ ਹੋ ਗਿਆ ਇਹ ਕੰਮ। ਜਿਹੜੀਆਂ ਤਾਂ ਮੋਦੀ ਦੀਆਂ ਰੈਲੀਆਂ 'ਚ ਇਕੱਠ ਹੁੰਦਾ ਉਹ ਤਾਂ ਹੈਗਾ ਇਕੱਠ, ਤੇ ਜਿਹੜਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ੀਲ ਮੈਦਾਨ, ਲੋਕ ਮੈਦਾਨ ਚਾਹੁੰਦੇ ਆ, ਉਹਨੂੰ ਉਹ ਭੀੜ ਕਹਿ ਰਹੇ ਗਿਆ। ਇਹਦੇ ਤੋਂ ਗੱਲ ਜ਼ਾਹਰ ਹੁੰਦੀ ਆ ਕਿ ਇੱਥੇ ਡੈਮੋਕ੍ਰੇਸੀ ਦੀ ਪਰਿਭਾਸ਼ਾ ਵੀ ਉਹਨਾਂ ਦੀ ਆਪਣੀ ਆ, ਦੇਸ਼ ਭਗਤੀ ਦੀ ਪਰਿਭਾਸ਼ਾ ਵੀ ਆਪਣੀ ਆ, ਭੀੜ ਤੇ ਇਕੱਠ ਦੀ ਜਿਹੜੀ ਹੈਗੀ ਆ ਉਹ ਪਰਿਭਾਸ਼ਾ ਵੀ ਉਹਨਾਂ ਦੀ ਆਪਣੀ ਹੈਗੀ ਆ। ਮੋਦੀ ਸਰਕਾਰ ਦੇ ਬੈਂਡ ਤਾਂ ਹੁਣ ਵੱਜ ਚੁੱਕੇ ਆ। ਇਹ ਤਾਂ ਜਿੰਨੀ ਛੇਤੀ ਹੋ ਸਕੂਗਾ ਕਾਨੂੰਨ ਵਾਪਸ ਲੈ ਲੈਣ। ਜੇ BJP ਨੂੰ ਇਹ ਲੱਗਦਾ ਕਿ ਕਿਸਾਨ ਆਗੂਆਂ ਦੇ ਪ੍ਰਚਾਰ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਕਿ ਕਾਨੂੰਨ ਜਿਹੜੇ ਵਾਪਸ ਲੈ ਲੈ, ਮਸਲਾ ਹੱਲ ਕਰ ਦੇ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, KMP ਜਾਮ ਕੀਤਾ ਗਿਆ ਆ, ਸਰਕਾਰ ਦੇ ਨੱਕ ਦੇ ਵਿੱਚ ਦਮ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ। ਕਿਸਾਨਾਂ ਦਾ ਵਿਰੋਧ ਆ, ਰੋਸ ਆ, ਉਹ ਲਗਾਤਾਰ ਵੱਧਦਾ ਜਾ ਰਿਹਾ। ਇਸ ਵਕਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜੋ KMP ਦੇ ਬੈਠੇ ਨੇ। ਮੇਰੇ ਨਾਲ ਕਿਸਾਨ ਆਗੂ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਨੇ ਜੋ ਹੋਰਨਾਂ ਸੂਬਿਆਂ ਦੇ ਵਿੱਚ ਵੀ ਰੈਲੀਆਂ ਕਰਕੇ ਆਏ ਨੇ। ਸੋ ਹੋਰਨਾਂ ਸੂਬਿਆਂ ਦੀ ਗੱਲ ਕਰ ਲਈਏ ਜਾਂ ਅੱਜ KMP ਦੇ ਜਾਮ ਦੀ ਗੱਲ ਕਰ ਲਈਏ, ਦੀਪ ਜੀ ਕਿਵੇਂ ਦੇਖਦੇ ਹੋ, ਕਿੰਨਾ ਕੁ ਸਰਕਾਰ ਤੇ ਦਬਾਅ ਆ ਇਸ ਵਕਤ? ਦੇਖੋ ਸਰਖਾਬ ਜੀ, ਅੰਦੋਲਨ ਪੂਰੇ ਦੇਸ਼ 'ਚ ਫੈਲ ਚੁੱਕਾ। 100 ਦਿਨਾਂ ਦੇ ਵਿੱਚ ਅੰਦੋਲਨ ਦੇਸ਼ ਦੇ 20 ਸੂਬਿਆਂ ਚਲਾ ਗਿਆ। ਜੇ ਜੋ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ, 180 ਦਿਨ ਬਣਦੇ ਆ, ਤੇ ਜੇ 80 ਦਿਨ ਅੰਦੋਲਨ ਹੋਰ ਚੱਲਦਾ ਤਾਂ ਜਿਵੇਂ ਹੁਣ UK ਦੀ ਪਾਰਲੀਮੈਂਟ 'ਚ ਗੂੰਜ ਪੈਣੀ ਹੈਗੀ ਆ, ਗੂੰਜ ਇਹਦੀ ਦੇਸ਼ ਦੇ ਤੇ ਦੁਨੀਆ ਦੇ ਹੋਰ ਕੋਨਿਆਂ 'ਚ ਵੀ ਪੈਣੀ ਹੈਗੀ ਆ। ਇਸ ਕਰਕੇ ਸਰਕਾਰ ਜਿੰਨਾ ਜਲਦੀ ਹੋ ਸਕੇ ਕਾਨੂੰਨ ਵਾਪਸ ਲਵੇ ਓਨਾ ਬਿਹਤਰ ਰਹੂਗਾ। ਨਹੀਂ ਤਾਂ BJP ਦੀ ਜਿਹੜੀ ਸਿਆਸੀ ਹੋਂਦ ਆ, ਜਿੰਨਾ ਲੰਮਾ ਅੰਦੋਲਨ ਚੱਲੂਗਾ ਉਹਦੀ ਸਿਆਸੀ ਹੋਂਦ ਨੂੰ ਓਨਾ ਹੀ ਵੱਧ ਜਿਹੜਾ ਖਤਰਾ ਹੋਊਗਾ। ਤੁਹਾਨੂੰ ਲੱਗਦਾ ਕਿ ਬਾਕੀ ਜਿਹੜੇ ਸੂਬਿਆਂ ਤੁਸੀਂ ਜਾ ਕੇ ਆਏ ਹੋ, ਤੁਸੀਂ ਮੁੱਖ ਬੁਲਾਰੇ ਰਹੇ ਹੋ, ਉਹਨਾਂ ਦੇ ਵਿੱਚ BJP ਦੀ ਸਿਆਸੀ ਜ਼ਮੀਨ ਦਾ ਕੋਈ ਹੁਣ ਦਾਇਰਾ ਵੱਧ ਰਿਹਾ ਜਾਂ ਘਟ ਰਿਹਾ ਆ? ਦੇਖੋ, ਕੋਲਕਾਤਾ ਜਿਹੜੀ ਪਰਸੋਂ ਰੈਲੀ ਹੋਈ ਆ, ਇਸ ਤੋਂ ਪਹਿਲਾਂ 1 ਮਹੀਨਾ ਪਹਿਲਾਂ ਵੀ ਉੱਥੋਂ ਸਾਡੇ ਸਾਥੀਆਂ ਨੂੰ ਬੁਲਾਇਆ ਸੀਗਾ, ਜਿੰਦੇ 'ਚ 150 ਤੋਂ 200 ਵਿਦਿਆਰਥੀਆਂ ਦੀ ਮੀਟਿੰਗ ਸੀ, ਔਰ ਉਦੋਂ ਉਹਨਾਂ ਨੇ ਕਿਹਾ ਸੀ ਵੀ ਅਗਲੀ ਅਸੀਂ ਵੱਡਾ ਇਕੱਠ ਕਰਾਂਗੇ। ਤੇ ਹੁਣ ਹਜ਼ਾਰਾਂ ਲੋਕ ਸੀ ਜਿਹੜੇ, ਔਰ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਸੁਣੀ। ਔਰ ਜਦੋਂ ਅਸੀਂ ਇਹ ਗੱਲ ਕਹੀ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਜਾਬ ਤੇ ਬੰਗਾਲ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਤੇ ਅੱਜ ਜਦੋਂ ਕਿਸਾਨੀ ਨੂੰ ਖਤਮ ਕਰਨ ਲਈ ਮੋਦੀ ਸਰਕਾਰ ਕਾਨੂੰਨ ਲੈ ਕੇ ਆਈ ਆ, ਤੇ ਪੰਜਾਬ ਆਪਣਾ ਉਹੀ ਇਤਿਹਾਸਕ ਫਰਜ਼ ਅਦਾ ਕਰ ਰਿਹਾ ਔਰ ਪੂਰੇ ਦੇਸ਼ ਨੂੰ ਜਗਾ ਰਿਹਾ ਕਿ ਬੰਗਾਲ ਆਪਣਾ ਇਤਿਹਾਸਕ ਫਰਜ਼ ਨਹੀਂ ਅਦਾ ਕਰੂਗਾ। ਤੇ ਇਹ ਗੱਲ ਉਹਨਾਂ ਨੂੰ ਮਹਿਸੂਸ ਹੋਈ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਬੰਗਾਲ ਆਪਣਾ ਉਹ ਕ੍ਰਾਂਤੀਕਾਰੀ ਦਾ ਫਰਜ਼ ਜਿਹੜਾ ਅਦਾ ਕਰੂਗਾ ਔਰ ਇਸ ਅੰਦੋਲਨ 'ਚ ਮੋਢੇ ਨਾਲ ਮੋਢਾ ਜੋੜ ਕੇ ਖੜੂਗਾ। ਅਸੀਂ ਰੈਲੀ ਖਤਮ ਕੀਤੀ, ਸਾਡੇ ਪੰਜਾਬੀ ਭਾਈਚਾਰੇ ਦੇ ਕੁਝ ਲੋਕ ਜਿਹੜੇ ਆਏ, ਜਿਹੜਾ ਸਾਡੇ ਉੱਥੇ ਸਿੱਖ ਵੀਰ ਬੈਠੇ ਨੇ, ਉਹ ਕਹਿੰਦੇ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਅਸੀਂ ਬਹੁਤ ਵੱਡਾ ਇਕੱਠ ਇੱਥੇ ਆਪਣੇ ਸਿੱਖ ਭਾਈਚਾਰੇ ਦਾ, ਪੰਜਾਬੀ ਜਿਹੜੇ ਬੈਠੇ ਉਹਨਾਂ ਦਾ ਕਰਦੇ, ਪਰ ਉਹਨਾਂ ਨੇ ਬਹੁਤ ਜ਼ਬਰਦਸਤ ਹੁੰਗਾਰਾ ਭਰਿਆ। ਉਹਨਾਂ ਨੇ ਕਿਹਾ ਕਿ ਜਿੱਦਣ ਦਾ ਅੰਦੋਲਨ ਚੱਲ ਰਿਹਾ ਸੀ ਉਸੇ ਦਿਨ ਤੋਂ ਅਸੀਂ ਕਦੇ ਭੁੱਖ ਹੜਤਾਲ ਕਰਦੇ ਹਾਂ। ਵਿਜੇ ਵਰਗੀਆਸ ਦਾ ਜਿਹੜਾ ਘਰ ਆ ਉਹਦੇ ਬਿਲਕੁਲ ਹੀ ਨੇੜੇ ਜਿਹੜਾ ਉਹ ਭੁੱਖ ਹੜਤਾਲ ਲਗਾਤਾਰ ਉਹ 90 ਦਿਨ ਤੋਂ ਜਿਹੜੀ ਹੈਗੀ ਆ ਉਹ ਚਲਾ ਰਹੇ ਆ। ਔਰ ਉੱਥੇ ਇੱਕ ਗੁਰਦੁਆਰਾ ਸਾਹਿਬ ਕੋਲੇ ਜਦੋਂ ਆਇਆ, ਉਹਦਾ ਜਿਹੜਾ ਡਟਵਾਂ ਵਿਰੋਧ ਵੀ ਕੀਤਾ, ਉਹਨੂੰ ਭਜਾਇਆ ਵੀ ਹੈਗਾ। ਤੋਂ ਬੰਗਾਲ ਦੇ ਵਿੱਚ ਵੀ ਅੰਦੋਲਨ ਜਿਹੜਾ ਲਗਾਤਾਰ ਆ ਉਹ ਫੈਲ ਰਿਹਾ। 12 ਤਰੀਕ ਨੂੰ ਫੇਰ ਉੱਥੇ ਵੱਡੀ ਰੈਲੀ ਹੈਗੀ ਆ। ਤੋਂ ਮੋਦੀ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਨਿਰਣਾਇਕ ਤਾਕਤ ਲੋਕ ਹੁੰਦੇ ਆ। ਗੋਦੀ ਮੀਡੀਆ ਜਾਂ IT ਸੈੱਲ ਜਾਂ ਝੂਠੀ ਕੰਪੇਨ ਕਰਕੇ, ਝੂਠੇ ਲਾਰੇ ਲਾ ਕੇ ਤੁਸੀਂ ਸੱਤਾ 'ਚ ਨਹੀਂ ਹਮੇਸ਼ਾ ਰਹਿ ਸਕਦੇ। ਲੋਕਾਂ ਨੂੰ ਦੇਰ ਸਵੇਰ ਗੱਲ ਜਿਹੜੀ ਆ ਉਹ ਸਮਝ ਆ ਜਾਂਦੀ ਆ। ਲੋਕਾਂ ਨੂੰ ਗੱਲ ਸਮਝ ਆ ਚੁੱਕੀ ਆ ਔਰ ਪੂਰਾ ਬੰਗਾਲ ਵੀ ਜਿਹੜਾ ਹੁਣ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਔਰ ਇਹਨਾਂ ਕਾਨੂੰਨਾਂ ਦੇ ਖਿਲਾਫ ਹੁਣ ਡਟੂਗਾ। ਤੁਸੀਂ ਕਹਿ ਰਹੇ ਹੋ ਪੂਰਾ ਬੰਗਾਲ ਹੋ ਗਿਆ, ਜਾਂ ਇਸ ਤੋਂ ਬਾਅਦ ਜਿਹੜੇ 5 ਸੂਬਿਆਂ ਦੇ ਵਿੱਚ ਆ ਉਹਨਾਂ ਵਿੱਚ ਜਿਹੜੇ ਕਿ ਕਿਸਾਨ ਆਗੂ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਹੁਣ ਖੇਤੀ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਇੱਕ ਸਿਆਸੀ ਰੈਲੀਆਂ ਵਾਲਾ ਦੌਰ ਸ਼ੁਰੂ ਹੋ ਗਿਆ? ਅੰਦੋਲਨ ਇੱਕ ਸਿਆਸੀ ਭੇਟ 'ਚ ਚੜ੍ਹਦਾ ਨਜ਼ਰ ਆ ਰਿਹਾ, ਵਿਰੋਧੀਆਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹੋ ਤੁਸੀਂ? ਨਹੀਂ, ਦੇਖੋ ਅਸੀਂ ਉੱਥੇ ਬੋਲ ਕੇ ਵੀ ਆਏ, ਤੁਸੀਂ ਮੇਰੀ ਸਾਰੀ ਗੱਲਬਾਤ ਵੀ ਸੁਣੀ ਹੋਊਗੀ। ਅਸੀਂ ਜੋ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਆ ਔਰ ਜਿਸ ਤਰ੍ਹਾਂ ਸਾਡੇ ਅੰਦੋਲਨ ਨੂੰ ਜ਼ਬਰ ਢਾ ਰਹੇ ਆ, ਸਾਡੀਆਂ 250 ਤੋਂ ਉੱਪਰ ਸ਼ਹਾਦਤਾਂ ਹੋਣ ਦੇ ਬਾਵਜੂਦ ਵੀ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ, ਉਹ ਗੱਲ ਤਾਂ ਅਸੀਂ ਪੂਰੇ ਦੇਸ਼ 'ਚ ਦੱਸਾਂਗੇ ਨਾ।
ਜਿੱਦਣ ਅਸੀਂ ਅੰਦੋਲਨ ਸ਼ੁਰੂ ਕੀਤਾ ਉਦੋਂ ਕਿਹੜੇ ਬੰਗਾਲ 'ਚ ਇਲੈਕਸ਼ਨ ਅਨਾਉਂਸ ਹੋਏ ਸੀ, ਉਦੋਂ ਕਿਹੜਾ ਅਸਾਮ 'ਚ ਇਲੈਕਸ਼ਨ ਅਨਾਉਂਸ ਹੋਏ ਸੀ। ਇਲੈਕਸ਼ਨ ਤਾਂ ਸਰਕਾਰ ਕਰਵਾ ਰਹੀ ਤਾਂ ਅੰਦੋਲਨ ਕਰ ਰਹੇ ਆ। ਇਹਦੇ ਦਰਮਿਆਨ ਇਲੈਕਸ਼ਨ ਆਉਂਦੇ ਤੇ ਇਲੈਕਸ਼ਨ ਦੇ ਦਿਨਾਂ 'ਚ ਤਾਂ ਅਸੀਂ ਬੀਜੇਪੀ ਸਰਕਾਰ ਜੋ ਕਰ ਰਹੀ ਆ ਉਹੀ ਦੱਸਾਂਗੇ ਨਾ। ਉਹਦਾ ਫਾਇਦਾ ਨੁਕਸਾਨ ਕਿਹਨੂੰ ਹੁੰਦਾ ਇਹ ਤਾਂ ਲੋਕਾਂ ਨੇ ਸੋਚਣਾ ਜਾਂ ਬੀਜੇਪੀ ਨੇ ਸੋਚਣਾ। ਜੇ ਬੀਜੇਪੀ ਨੂੰ ਇਹ ਲੱਗਦਾ ਕਿ ਕਿਸਾਨ ਆਗੂਆਂ ਦੇ ਪ੍ਰਚਾਰ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਕਿ ਕਾਨੂੰਨ ਜਿਹੜੇ ਵਾਪਸ ਲੈ ਲੈ ਮਸਲਾ ਹੱਲ ਕਰ ਦੇ। ਸੋ ਕਾਨੂੰਨ ਵਾਪਸ ਲੈਣ ਦੀ ਗੱਲ ਹੈ। ਤੁਸੀਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਬੈਠੇ ਨੇ ਜਾਂ ਵੱਖ-ਵੱਖ ਜਿੰਨੇ ਵੀ ਹੋਰ ਜਗ੍ਹਾ ਤੇ ਜਾਮ ਉੱਥੇ ਬੈਠੇ ਨੇ, ਪਰ ਆਖਰੀ ਬਿਆਨ ਜਦੋਂ ਮੈਂ ਗੱਲ ਕਰਾਂ ਤਾਂ ਆਖਰੀ ਬਿਆਨ ਤਕਰੀਬਨ ਇਹ ਸੀ ਕਿ ਭੀੜ ਇਕੱਠੀ ਕਰਕੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਉਦੋਂ ਬਾਅਦ ਨਾ ਤਾਂ ਕੋਈ ਬਿਆਨ ਆਉਂਦਾ ਤੇ ਨਾ ਹੀ ਕੋਈ ਮੀਟਿੰਗ ਲਈ ਸੱਦਾ ਆ ਰਿਹਾ। ਦੇਖੋ ਮੋਦੀ ਸਰਕਾਰ ਜਿਹੜੀਆਂ ਰੈਲੀਆਂ ਕਰਦੀ ਆ ਉਹਨਾਂ ਨੂੰ ਕੀ ਕਹਿੰਦੀ ਆ? ਸਰਕਾਰ ਦੇ ਦੋ ਫਾਰਮੂਲੇ ਆ। ਇਹ ਕਹਿੰਦੇ ਅਸੀਂ LIC ਵੇਚ ਦੇਣਾ, BSNL ਵੇਚਤਾ, ਰੇਲਵੇ ਵੇਚਤਾ, ਦੇਸ਼ ਦੇ ਸਾਰੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਨੂੰ ਦੇਣੀ ਆ। ਇਹ ਤਾਂ ਹੈਗੀ ਆ ਦੇਸ਼ ਭਗਤੀ। ਤੇ ਮੋਦੀ ਸਰਕਾਰ ਦੀ ਗਲਤ ਕੀਤੀਆਂ ਦਾ ਵਿਰੋਧ ਕਰਨਾ, ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ, ਆਪਣੇ ਹੱਕਾਂ ਨਹੀਂ ਬੋਲਣਾ, ਇਹ ਹੋ ਗਿਆ ਦੇਸ਼ ਵਿਰੋਧੀ ਹੋ ਗਿਆ ਇਹ ਕੰਮ। ਇਹਨੂੰ ਰਾਸ਼ਟਰ ਵਿਰੋਧ ਕਹਿੰਦੇ ਆ। ਇਸੇ ਤਰ੍ਹਾਂ ਹੀ ਜਿਹੜੀਆਂ ਤਾਂ ਮੋਦੀ ਦੀਆਂ ਰੈਲੀਆਂ 'ਚ ਇਕੱਠ ਹੁੰਦਾ ਉਹ ਤਾਂ ਹੈਗਾ ਇਕੱਠ, ਤੇ ਜਿਹੜਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ੀਲ ਮੈਦਾਨ ਲੋਕ ਮੈਦਾਨ ਚਾਹੁੰਦੇ ਆ ਉਹਨੂੰ ਉਹ ਭੀੜ ਕਹਿ ਰਹੇ ਗਿਆ। ਇਹਦੇ ਤੋਂ ਗੱਲ ਜ਼ਾਹਰ ਹੁੰਦੀ ਆ ਕਿ ਇੱਥੇ ਡੈਮੋਕ੍ਰੇਸੀ ਦੀ ਪਰਿਭਾਸ਼ਾ ਵੀ ਉਹਨਾਂ ਦੀ ਆਪਣੀ ਆ, ਦੇਸ਼ ਭਗਤੀ ਦੀ ਪਰਿਭਾਸ਼ਾ ਵੀ ਆਪਣੀ ਆ, ਭੀੜ ਤੇ ਇਕੱਠ ਦੀ ਜਿਹੜੀ ਹੈਗੀ ਆ ਉਹ ਪਰਿਭਾਸ਼ਾ ਵੀ ਉਹਨਾਂ ਦੀ ਆਪਣੀ ਹੈਗੀ ਆ। ਇਸ ਕਰਕੇ ਮੋਦੀ ਸਰਕਾਰ ਜਿਹੜੀ ਆ ਉਹ ਹੁਣ ਤਾਂ ਉਹਨਾਂ ਨੇ ਜੋ ਕੁਝ ਕਿਹਾ, ਖਾਲਿਸਤਾਨੀ ਕਿਹਾ, ਮਾਓਵਾਦੀ ਕਿਹਾ, ਹੁਣ ਭੀੜ ਕਹਿ ਲੈਣ, ਜੋ ਮਰਜ਼ੀ ਕਹਿ ਲੈਣ, ਮੋਦੀ ਸਰਕਾਰ ਦੇ ਬੈਂਡ ਤਾਂ ਹੁਣ ਵੱਜ ਚੁੱਕੇ ਆ। ਇਹ ਤਾਂ ਜਿੰਨੀ ਛੇਤੀ ਹੋ ਸਕੂਗਾ ਕਾਨੂੰਨ ਵਾਪਸ ਲੈ ਲੈਣ ਉਹਨਾਂ ਬਿਹਤਰ ਆ। ਮੋਦੀ ਸਰਕਾਰ ਜਿਹੜੇ ਡਰੋਂ ਇਹ ਕੁਝ ਕਰ ਰਹੀ ਆ ਵੀ ਕਾਨੂੰਨ ਵਾਪਸ ਨਹੀਂ ਨੇ, ਇਹ ਹੋਊਗਾ ਕਿ ਮੋਦੀ ਮੈਜਿਕ ਖਤਮ ਹੋ ਗਿਆ, ਮੋਦੀ ਔਰਾ ਖਤਮ ਹੋ ਗਿਆ, ਮੋਦੀ ਸਰਕਾਰ ਦੀ ਨੱਕ ਕੱਟੀ ਗਈ। ਨੱਕ ਤਾਂ ਕੱਟੀ ਗਈ। ਹੁਣ ਉਹ ਝੂਠੇ ਇਸ ਭਰਮ ਦੇ ਵਿੱਚ ਕਿ ਸਾਡੀ ਸਰਕਾਰ ਬਹੁਤ ਮਜ਼ਬੂਤ ਆ, ਕਿੰਨਾ ਕੁ ਸਮਾਂ ਰਹਿਣਗੇ। ਜੇ ਅੰਦੋਲਨ 100 ਦਿਨ ਹੋਰ ਚੱਲਦਾ ਤਾਂ ਤੁਸੀਂ ਇਹ ਸਮਝ ਲਓ ਕਿ ਜਿਵੇਂ ਪੰਜਾਬ ਜਿਵੇਂ ਪਹਿਲਾਂ ਟੋਲ ਫ੍ਰੀ ਸੀ ਫਿਰ ਬੀਜੇਪੀ ਫ੍ਰੀ ਹੋ ਗਿਆ, ਹਰਿਆਣਾ ਟੋਲ ਫ੍ਰੀ ਸੀ ਫਿਰ ਬੀਜੇਪੀ ਫ੍ਰੀ ਹੋ ਗਿਆ, ਐਵੇਂ ਜਿਵੇਂ ਉੱਤਰੀ ਭਾਰਤ 'ਚ ਟੋਲ ਫ੍ਰੀ ਹੋਏ ਆ ਐਂ ਨਾ ਹੋਵੇ ਕਿ ਪਹਿਲਾਂ ਮੁਲਕ 'ਚ ਨਾਲ ਟੋਲ ਫ੍ਰੀ ਹੋਵੇ ਤੇ ਨਾਲ ਬੀਜੇਪੀ ਵੀ ਫ੍ਰੀ ਹੋ ਜੇ। ਇਸ ਕਰਕੇ ਉਹ ਦੂਜੀਆਂ ਪਾਰਟੀਆਂ ਤੋਂ ਮੁਕਤ ਕਰਦੇ ਕਿਤੇ ਖੁਦ ਨੂੰ ਹੀ ਦੇਸ਼ ਤੋਂ ਮੁਕਤ ਨਾ ਕਰ ਲੈਣ। ਇਸ ਕਰਕੇ ਚੰਗਾ ਇਹ ਰਹੂਗਾ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ। ਪਰ ਮੰਗਾਂ ਮਨਾਉਣ ਦੇ ਲਈ ਕੋਈ ਅਗਲਾ ਐਕਸ਼ਨ ਪਲਾਨ ਕੀ ਤਿਆਰ ਹੈ? ਇਸ ਤੋਂ ਬਾਅਦ ਕਿਹੜੇ, ਕਿਉਂਕਿ ਬਿਆਨਬਾਜ਼ੀਆਂ ਸਟੇਜ ਤੋਂ ਬਹੁਤ ਹੋਈਆਂ ਰਜਿੰਦਰ, ਪੈਦਲ ਮਾਰਚ ਕਰਨ ਦੀ ਗੱਲ ਹੋਈ, 40 ਲੱਖ ਟਰੈਕਟਰ ਦੀ ਵੀ ਗੱਲ ਹੋ ਚੁੱਕੀ ਹੈ, ਅਕਤੂਬਰ ਤੱਕ ਜਾਣ ਦੀ ਗੱਲ ਹੋ ਚੁੱਕੀ ਹੈ। ਸੋ ਇਸ ਤੋਂ ਬਾਅਦ ਅਗਲਾ ਐਕਸ਼ਨ ਪਲਾਨ ਕੀ ਹੈ? ਦੋਨੋਂ ਚੀਜ਼ਾਂ ਹੀ ਨੇ। ਅੰਦੋਲਨ ਨੂੰ ਤੇਜ਼ ਕਰਨ ਬਾਰੇ ਵੀ ਵਿਚਾਰ ਚਰਚਾ ਚੱਲ ਰਹੀ ਆ ਔਰ ਅੰਦੋਲਨ ਨੂੰ ਸਸਟੇਨ ਕਿਵੇਂ ਕਰਨਾ, ਲੰਬਾ ਕਿਵੇਂ ਚਲਾਉਣਾ ਉਹਦੇ ਤੇ ਚੱਲ ਰਹੀ ਹੈਗੀ ਆ। 9 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ, ਉਹਦੇ ਜਿਹੜਾ ਅਗਲਾ ਵੱਡਾ ਐਕਸ਼ਨ ਜਿਹੜਾ ਉਹ ਐਲਾਨਿਆ ਜਾਊਗਾ। ਵੱਡਾ ਐਕਸ਼ਨ ਐਲਾਨਿਆ ਜਾਊਗਾ ਤੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਅੱਜ ਦੇ ਐਕਸ਼ਨ ਪਲਾਨ ਦੀਆਂ। ਕਿਸਾਨ ਇਸ ਵਕਤ ਵੱਡੀ ਗਿਣਤੀ ਵਿੱਚ ਇਕੱਠੇ ਨੇ ਤੇ ਜੋ KMP ਰੋਡ ਆ ਜਾਮ ਕੀਤਾ। 11 ਤੋਂ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ KMP ਰੋਡ ਜਾਮ ਕਰਨ ਦਾ। ਤੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਿਨਾਂ ਕਿਸੇ ਸ਼ਾਮਿਆਨੇ ਦੇ, ਬਿਨਾਂ ਕਿਸੇ ਪਰਦਿਆਂ ਦੇ ਇੱਥੇ ਬੈਠੇ ਨੇ, ਟੈਂਟ ਤੋਂ ਬੈਠੇ ਨੇ ਤੇ ਹੱਥਾਂ ਦੇ ਵਿੱਚ ਝੰਡੇ ਨੇ ਤੇ ਕਿਸਾਨ ਡਟੇ ਹੋਏ ਨਜ਼ਰ ਆ ਰਹੇ ਨੇ। 100 ਦਿਨ ਪੂਰੇ ਹੋਏ ਨੇ। ਮੇਰੇ ਨਾਲ ਸਤਨਾਮ ਸਿੰਘ ਬੇੜੂ ਜੀ ਨੇ। ਬੇੜੂ ਸਾਹਿਬ, 100 ਦਿਨ ਪੂਰੇ ਹੋ ਗਏ, ਇਹ 100 ਦਿਨਾਂ ਦੀਆਂ ਪ੍ਰਾਪਤੀਆਂ ਕੀ ਗਿਣ ਲਈਏ? ਬੇਸ਼ੱਕ ਗੱਲਬਾਤ ਕਿਸੇ ਨਤੀਜੇ ਤੇ ਪਹੁੰਚੀ ਨਹੀਂ। ਪ੍ਰਾਪਤੀਆਂ ਤਾਂ ਬਹੁਤ ਨੇ, ਇਹ ਤਾਂ ਸਮਝਣ ਵਾਲੇ ਲੋਕ ਸਮਝ ਰਹੇ ਨੇ, ਜਿਨ੍ਹਾਂ ਨੂੰ ਨਹੀਂ ਸਮਝ ਉਹਨਾਂ ਤਾਂ ਸਮਝਣਾ ਹੀ ਨਹੀਂ। ਪ੍ਰਾਪਤੀਆਂ ਤੇ ਇੱਕ ਸਵਾਏ ਮਾਣ ਜਿਹੜਾ ਇੱਕ ਕਿਸਾਨ ਅੰਦੋਲਨ ਨੇ ਦੁਨੀਆ ਵਿੱਚ ਕਾਇਮ ਕੀਤਾ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇੰਨੇ ਲੋਕਾਂ ਨੂੰ ਇਕੱਠੇ ਕਰਨਾ, ਸ਼ਾਂਤਮਈ ਰੱਖਣਾ। ਔਰ ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਜਿਹੜੀ ਸਾਡੀ ਅੱਜ ਮਜਬੂਰੀ ਬਣ ਗਈ, ਸਾਡਾ ਸ਼ੌਂਕ ਨਹੀਂ ਸੜਕਾਂ ਰੋਕਣੀਆਂ। ਜਦੋਂ 100 ਦਿਨ ਹੋ ਜਾਣ ਸਰਕਾਰ ਪੁੱਛੇ ਨਾ, ਔਰ ਫਿਰ ਵੀ ਅਸੀਂ ਸੰਕੇਪ ਰੱਖਿਆ ਹੈ ਰੋਸ ਜਿਹੜਾ ਇਹ 11 ਤੋਂ 4 ਵਜੇ ਤੱਕ, ਇਹ ਰੋਸ
ਸਾਡੀ ਮਜਬੂਰੀ ਹੈ। ਅਸੀਂ ਲੋਕਾਂ ਤੋਂ ਇਸ ਗੱਲ ਦੀ ਖਿਮਾ ਵੀ ਮੰਗਦੇ ਆ। ਆਵਾਜਾਈ ਵਿੱਚ ਧੀਆਂ ਪੈਣਾ, ਜਨਤਾ ਜਿਹੜੀ ਖਰਾਬ ਹੋਈ ਹੈ, ਇਹ ਅਸੀਂ ਖਿਮਾ ਮੰਗਦੇ ਆ, ਪਰ ਸਾਡੀ ਮਜਬੂਰੀ ਹੈ। ਪਰ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਹੁਣ ਬਹੁਤ ਨਾਜ਼ੁਕ ਰੂਪ 'ਚ ਪਹੁੰਚ ਗਿਆ। ਆ ਜਿਹੜੀ ਪੱਕੀ ਸੜਕ ਨਾ ਸਮਝੋ, ਇਹ ਨਰਿੰਦਰ ਮੋਦੀ ਦੀ ਛਾਤੀ ਤੇ ਅੱਜ ਇਹ ਦੋਸ਼ ਦੇ ਲੋਕ ਬੈਠੇ ਨੇ। ਔਰ ਆਉਣ ਵਾਲੇ ਦਿਨਾਂ ਵਿੱਚ ਜਦੋਂ ਅਪ੍ਰੈਲ ਆਵੇਗੀ, ਅੱਜ ਜਿਵੇਂ ਛਾਤੀ ਤੇ ਬੈਠੇ ਆ, ਫਿਰ ਇਹਦੀ ਪਿੱਠ ਲਾ ਕੇ ਪੰਜਾਂ ਸੂਬਿਆਂ ਵਿੱਚ ਟੇਢਾ ਕਰਕੇ ਫਿਰ ਲੋਕ ਉੱਥੇ ਭੰਗੜੇ ਪਾਣਗੇ। ਮੋਦੀ ਸਾਹਿਬ ਸਾਡੇ ਨਾਲ ਪੰਗਾ ਲੈ ਕੇ ਤੈਨੂੰ ਹੁਣ ਫਿਰ ਪਤਾ ਲੱਗ ਗਿਆ ਵੀ ਕਿਸਾਨਾਂ ਦੀ ਸ਼ਕਤੀ, ਗਰੀਬਾਂ ਦੀ ਸ਼ਕਤੀ, ਦੇਸ਼ ਦੇ ਲੋਕਾਂ ਦੀ ਸ਼ਕਤੀ ਕੀ ਹੈ। ਸੋ ਲੋਕਤੰਤਰ ਦੇ ਵਿੱਚ ਲੋਕਾਂ ਦੀਆਂ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਹੋਵੇ ਔਰ ਇੰਨਾ ਲੰਮਾ ਸਮਾਂ ਅੰਦੋਲਨ ਸ਼ਾਂਤ ਵੀ ਚੱਲੇ ਤੇ ਸਾਡੀ ਬਾਤ ਨਾ ਪੁੱਛੇ ਔਰ ਤਰ੍ਹਾਂ ਤਰ੍ਹਾਂ ਦੇ ਕੰਡੇ ਹੱਥ ਕੰਡੇ ਵਰਤ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ, ਇਹਦੀ ਜਿੱਦੀ ਵੱਡੀ ਨਿੰਦਿਆ ਦੁਨੀਆ ਦੇ ਲੋਕਾਂ ਵੱਲੋਂ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਵੀ ਅੱਜ ਖਬਰਦਾਰ ਕਰਦਾ ਭਾਰਤ ਸਰਕਾਰ ਨੂੰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ, ਹੁਣ ਸਮਾਂ ਆ ਗਿਆ, ਤੁਹਾਨੂੰ ਸਮਝ ਲੈਣਾ ਚਾਹੀਦਾ ਹੈ। ਜਦੋਂ ਪੰਜਾਂ ਸੂਬਿਆਂ 'ਚ ਤੁਸੀਂ ਰਾਜਨੀਤਿਕ ਝਟਕਾ ਖਾ ਬੈਠੇ, ਫਿਰ ਦੇਸ਼ ਵਿੱਚ ਤੁਹਾਡੇ ਪੈਰ ਨਹੀਂ ਲੱਗਣੇ। ਸਾਡਾ ਤੁਹਾਡੇ ਨਾਲ ਬੀਜੇਪੀ ਨਾਲ ਰਾਜਨੀਤਿਕ ਰੌਲਾ ਨਹੀਂ ਕਿਸਾਨ ਅੰਦੋਲਨਕਾਰੀਆਂ ਦਾ। ਸਾਡਾ ਰੌਲਾ ਹੈ ਸਿਧਾਂਤਾਂ ਦੇ ਮੁਤਾਬਕ ਜਿਹੜੇ ਇਹ ਕਾਨੂੰਨ ਬਣਾਏ ਨੇ, ਖੇਤੀ ਨੂੰ ਤਬਾਹ ਕਰਨ ਵਾਲੇ, ਆਪਣੇ MSC ਨੂੰ ਖਤਮ ਕਰਨ ਵਾਲੇ, ਖੁੱਲੀ ਮੰਡੀ ਲੈ ਕੇ ਆਉਣ ਵਾਲੇ, ਔਰ ਜਿਹੜਾ 65 ਸਾਲ ਤੋਂ ਮੰਡੀਕਰਨ ਚੱਲ ਰਿਹਾ ਉਹਨੂੰ ਖਤਮ ਕਰਨ ਵਾਸਤੇ, ਅਸੀਂ ਉਹਨੂੰ ਬਚਾਉਣ ਵਾਸਤੇ ਅੰਦੋਲਨ ਕਰ ਰਹੇ ਹਾਂ। ਸਾਡਾ ਤੁਸੀਂ ਜੋ ਗੱਲਾਂ ਕਰ ਰਹੇ ਹੋ ਕਿ ਪਿੱਠ ਲੱਗ ਜਾਣੀ ਹੈ ਸਰਕਾਰ ਦੀ, ਸਰਕਾਰ ਤੇ ਦਬਾਅ ਆ, ਜੇ ਸਰਕਾਰ ਤੇ ਦਬਾਅ ਹੁੰਦਾ ਤਾਂ ਸਰਕਾਰ ਮੀਟਿੰਗ ਬੁਲਾਉਂਦੀ, ਸਰਕਾਰ ਕਿਤੇ ਨਾ ਕਿਤੇ ਕੋਈ ਜਿਹੀ ਅਪੀਲ ਕਰਦੀ, ਪਰ ਸਰਕਾਰ ਦਾ ਉਲਟਾ ਇਹ ਕਹਿੰਦੀ ਨਜ਼ਰ ਆਈ, ਜੋ ਅਖੀਰਲਾ ਸ਼ਾਇਦ ਬਿਆਨ ਸੀਗਾ ਤੋਮਰ ਸਾਹਿਬ ਦਾ, ਕਿ ਭੀੜ ਇਕੱਠੀ ਕੀਤੀ ਹੋਈ ਆ, ਖੇਤੀ ਕਾਨੂੰਨ ਆਏ ਰੱਦ ਨਹੀਂ ਹੋਣਗੇ। ਜਦੋਂ ਨਸ਼ੇ ਵਿੱਚ ਬੰਦਾ ਹੁੰਦਾ ਉਦੋਂ ਐਵੇਂ ਕਰਦਾ, ਜਦੋਂ ਨਸ਼ਾ ਉਤਰ ਜਾਂਦਾ, ਸਾਰਾ ਕੁਝ ਲੁੱਟਿਆ ਜਾਂਦਾ, ਫਿਰ ਹੋਸ਼ ਆਉਂਦੀ ਹੈ। ਇਹ ਤਾਂ ਇਤਿਹਾਸ ਅਗਵਾਹ ਹੈ। ਉਹ ਨਸ਼ੇ ਵਿੱਚ ਨੇ, ਨਸ਼ਾ ਉਤਰ ਜਾਏਗਾ। ਔਰ ਨਸ਼ਾ ਕਿੰਨਾ ਲੋਕਾਂ ਨੇ ਚੜਾਇਆ, ਵੋਟਾਂ ਲੋਕਤੰਤਰ ਨੇ ਚੜਾਇਆ, ਵੋਟਾਂ ਅਸੀਂ ਦਿੱਤੀਆਂ ਦੇਸ਼ ਦੇ ਲੋਕਾਂ ਨੇ, ਪ੍ਰਧਾਨ ਮੰਤਰੀ ਬਣਿਆ, ਖੇਤੀਬਾੜੀ ਮੰਤਰੀ ਬਣਿਆ। ਇਹ ਜਿਹੜਾ ਨਸ਼ਾ ਗਰੂਰ, ਅਸੀਂ ਭਾਰਤ ਦੇ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹੁਣ ਮੌਕਾ ਦਿੱਤਾ ਸਾਨੂੰ ਵੋਟ ਦੀ ਚੋਟ ਮਾਰਨ ਦਾ। ਪੰਜਾਂ ਸੂਬਿਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਸੰਯੁਕਤ ਕਿਸਾਨ ਮੋਰਚਾ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰਨ ਜਾ ਰਿਹਾ, ਅਸੀਂ ਰਾਜਨੀਤਿਕ ਚੇਤਨਾ ਪੈਦਾ ਕਰਨ ਜਾ ਰਹੇ ਹਾਂ। ਸਾਡੀਆਂ ਟੀਮਾਂ ਜਾਣਗੀਆਂ ਉੱਥੇ, ਅਸੀਂ ਉੱਥੇ ਇਹ ਸਲਾਹ ਦੇਵਾਂਗੇ, ਲੋਕੋ ਬੀਜੇਪੀ ਤੋਂ ਦੇਸ਼ ਨੂੰ ਬਚਾਉਣ ਵਾਸਤੇ, ਕਿਸਾਨ ਨੂੰ, ਮਜ਼ਦੂਰ ਨੂੰ ਬਚਾਉਣ ਵਾਸਤੇ ਇਹਨੂੰ ਵੋਟਾਂ ਨਾ ਪਾਓ, ਇਹਨਾਂ ਦੀ ਜ਼ਮਾਨਤਾਂ ਜ਼ਬਤ ਕਰਾਓ, ਹੋਰ ਭਾਵੇਂ ਕਿਸੇ ਨੂੰ ਪਾ ਦਿਓ, ਉਸ ਕੈਂਡੀਡੇਟ ਨੂੰ ਪਾਓ। ਬਾਕੀ ਚੰਗੇ ਨੇ, ਬਾਕੀ ਕਿਸੇ ਹੋਰ ਨੂੰ ਪਾ ਦਿਓ, ਕਿਸਾਨ ਤਾਂ ਐਸੀ ਨੇ। ਇਹ ਤਾਂ ਹਮੇਸ਼ਾ ਅਸੂਲ ਹੈ ਕੁਦਰਤ ਦਾ, ਵੱਡੇ ਦੁਸ਼ਮਣ ਨੂੰ ਪਹਿਲੋਂ ਮਾਰਨਾ, ਛੋਟਿਆਂ ਨੂੰ ਆਪੇ ਮਾਰ ਲਾਂਗੇ। ਜਦੋਂ ਅਸੀਂ ਇਹਦੇ ਤੇ ਕਾਬੂ ਪਾ ਲਿਆ, ਉਹ ਆਪੇ ਹੀ ਉਹਨਾਂ ਨੂੰ ਕੰਬੜੀ ਚੜ ਜੂਗੀ, ਅੱਗੇ ਵਾਸਤੇ ਕੋਈ ਹੌਸਲਾ ਨਹੀਂ ਕਰੇਗਾ। ਪਾਰਲੀਮੈਂਟ ਦੇ ਵਿੱਚ ਇਹੋ ਜਿਹੇ ਚੋਰੀ ਕਾਨੂੰਨ ਲੈ ਕੇ ਆਉਣਾ, ਔਰ ਸਾਡਾ ਉੱਥੇ ਕਿਸੇ ਪਾਰਟੀ ਦੀ ਹਮਾਇਤ ਨਹੀਂ। ਅਸੀਂ ਕਹਿੰਦੇ ਭਾਵੇਂ ਕੋਈ ਯਾਦ ਲੜ ਰਿਹਾ, ਭਾਵੇਂ ਉਹ ਕਿਸੇ ਪਾਰਟੀ ਵੱਲੋਂ, ਔਰ ਉਸ ਪਾਰਟੀ ਨੂੰ ਵੋਟਾਂ, ਉਸ ਕੈਂਡੀਡੇਟ ਨੂੰ ਵੋਟਾਂ ਪਾਓ, ਪਾਰਟੀ ਨੂੰ ਨਹੀਂ ਜਿਹੜਾ ਬੀਜੇਪੀ ਦੇ ਕੈਂਡੀਡੇਟਾਂ ਨੂੰ ਲੱਕ ਤੋੜਵੀਂ ਹਾਰ ਦੇਣ ਦੀ ਸਮਰੱਥਾ ਰੱਖਦਾ ਹੋਵੇ। ਇਹ ਅਸੀਂ ਤੁਹਾਡਾ ਇੱਕ ਬਿਆਨ ਯਾਦ ਹੈ, ਜਦੋਂ ਪਿਛਲੀ ਵਾਰ ਵਿਧਾਨ ਸਭਾ 'ਚ ਮਤਾ ਪਾਇਆ ਗਿਆ ਸੀ ਪੰਜਾਬ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਖਿਲਾਫ, ਤੁਸੀਂ ਕਿਹਾ ਸੀ ਕਿ ਕੈਪਟਨ ਹੀਰੋ ਬਣ ਗਿਆ। ਤੁਸੀਂ ਇਹ ਗੱਲ ਕਹੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਹੀਰੋ ਬਣ ਗਿਆ। ਦੁਬਾਰਾ ਉਹ ਹੀਰੋਪੰਤੀ ਦੁਬਾਰਾ ਦਿਖਾਈ ਗਈ ਹੈ ਕੱਲ, ਤੁਹਾਨੂੰ ਕੀ ਲੱਗਦਾ ਹੈ? ਨਹੀਂ, ਉਹ ਵੈਸੇ ਤਾਂ ਰਾਜਪਾਲ ਨੂੰ ਉਹ ਦੱਬ ਕੇ ਨਹੀਂ ਸੀ ਰੱਖਣਾ ਚਾਹੀਦਾ, ਉਹਨੂੰ ਇਹ ਦੁਬਾਰਾ ਮੁੱਖ ਮੰਤਰੀ ਨੂੰ ਇਹ ਮਤਾ ਲਿਆਉਣਾ ਨਹੀਂ ਸੀ ਚਾਹੀਦਾ। ਪਰ ਜਦੋਂ ਰਾਜਪਾਲ ਟਸਪ ਤੋਂ ਮੱਥ ਨਹੀਂ ਹੋਇਆ, ਸੈਂਟਰ ਦੇ ਦਬਾਅ ਥੱਲੇ, ਪ੍ਰਧਾਨ ਮੰਤਰੀ ਦੇ ਰੋਹਬ ਥੱਲੇ ਆ, ਤਾਂ ਫਿਰ ਪੰਜਾਬ ਸਰਕਾਰ ਦੀ ਮਜਬੂਰੀ ਬਣ ਗਈ ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਬਸੰਮਤੀ ਨਾਲ ਮਤਾ ਪਾਇਆ। ਸੰਵਿਧਾਨਕ ਹਰ ਸਰਕਾਰ ਨੂੰ, ਸੂਬੇ ਨੂੰ ਹੱਕ ਹੁੰਦਾ ਹੈ ਮਤੇ ਲਿਆਉਣਾ। ਜੇ ਕੋਈ ਦੇਸ਼ ਦੇ ਵਿੱਚ ਕਾਨੂੰਨ ਜਨਤਾ ਦੇ ਉਲਟ ਬਣਦਾ ਹੈ ਤੇ ਉਹ ਜਨਤਾ ਦੇ ਉਲਟ ਬਣੇ ਹੋਏ ਕਾਨੂੰਨ ਨੂੰ ਵਾਪਸ ਕਰਵਾਉਣਾ ਜਾਂ ਇੱਕ ਆਵਾਜ਼ ਬਣਨਾ ਸੂਬੇ ਵੱਲੋਂ। ਅਸੀਂ ਜਿਹੜਾ ਮਤਾ ਦੁਬਾਰਾ ਲਿਆਂਦਾ ਕੈਪਟਨ ਅਮਰਿੰਦਰ ਸਿੰਘ ਨੇ, ਅਸੀਂ ਕਹਿੰਦੇ ਹਾਂ ਵੀ ਇਹਦਾ ਅਸਰ ਸੂਖ ਵਰਤ ਕੇ ਇਹਨੂੰ ਉੱਥੋਂ ਰਾਜਪਾਲ ਦੇ ਬਿਲਡਿੰਗ ਦੇ ਵਿੱਚੋਂ ਕੱਢ ਕੇ ਇੱਥੇ ਰਾਸ਼ਟਰਪਤੀ ਕੋਲ ਭੇਜੇ, ਔਰ ਜੇ ਨਹੀਂ ਭੇਜਦਾ ਤੇ ਕਾਂਗਰਸ ਨੂੰ ਇੱਥੇ ਇੱਕ ਵੱਡਾ ਅੰਦੋਲਨ ਕਰਨਾ ਚਾਹੀਦਾ ਹੈ। ਜਿਹੜੇ ਸੂਬਿਆਂ ਦੇ ਅਧਿਕਾਰਾਂ ਵਿੱਚ ਕਦੇ ਜੰਮੂ ਕਸ਼ਮੀਰ ਦੀ 370 ਧਾਰਾ ਵਾਪਸ ਲੈਂਦੇ ਨੇ, ਕਦੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਹਮਲੇ ਕਰਦੇ ਨੇ। ਖੇਤੀ ਆ ਜਿਹੜਾ
ਟੌਪਿਕ ਇਹ ਤਾਂ ਸੂਬਿਆਂ ਦਾ ਹੈ। ਮੇਰੀ ਰਿਟ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਇੱਕ ਅਲਫਨਾਮਾ ਭਾਰਤ ਸਰਕਾਰ ਦਾ ਆਇਆ ਸੀ ਵੀ ਇਹ ਤਾਂ ਸੂਬਿਆਂ ਦਾ ਅਧਿਕਾਰ ਹੈ ਖੇਤੀ। ਜਦੋਂ ਸੂਬਿਆਂ ਦਾ ਅਧਿਕਾਰ ਹੈ ਤੇ ਪ੍ਰਧਾਨ ਮੰਤਰੀ ਨੂੰ ਪਹਿਲੋਂ ਇਹ ਕੋਈ ਹੱਕ ਹੀ ਨਹੀਂ ਸੀ ਇਹ ਕਾਨੂੰਨ ਲੈ ਕੇ ਆਉਣਾ ਚੋਰੀ। ਮੈਨੂੰ ਇਹ ਖਦਸ਼ਾ ਅੱਜ ਲੱਗ ਰਿਹਾ ਹੈ ਵੀ ਜਿਸ ਤਰ੍ਹਾਂ 6 ਜੂਨ ਨੂੰ ਜਦੋਂ ਮਹਾਂਮਾਰੀ ਦਾ ਦੇਸ਼ ਵਿੱਚ ਪ੍ਰਭਾਵ ਸੀ, ਮੌਤ ਦੇ ਛਾਇਆ ਥੱਲੇ ਲੋਕ ਖਾ ਰਹੇ ਸੀ, ਉਹਦਾ ਫਾਇਦਾ ਠਾ ਕੇ ਕਾਨੂੰਨ ਲਿਆਏ ਮੋਦੀ। ਤੇ ਹੁਣ ਸਾਨੂੰ ਖਦਸ਼ਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਅੰਦੋਲਨ ਨੂੰ ਸੱਟ ਮਾਰਨ ਵਾਸਤੇ ਇੱਕੋ ਇੱਕ ਰਸਤਾ ਉਹਦੇ ਕੋਲ ਬਚਿਆ ਹੈ। ਕੋਈ ਐਮਰਜੈਂਸੀ ਲਾ ਸਕਦਾ ਹੈ, ਕੋਈ ਕਰਫਿਊ ਲਾ ਸਕਦਾ ਹੈ, ਪਰ ਸਾਡੇ ਤੇ ਭਾਵੇਂ ਕਰਫਿਊ ਲੱਗੇ ਭਾਵੇਂ ਐਮਰਜੈਂਸੀ ਲੱਗੇ, ਅਸੀਂ ਕਾਨੂੰਨ ਨੂੰ ਫਿਰ ਹੱਥ 'ਚ ਲੈਣ ਤੋਂ ਪਿੱਛੇ ਨਹੀਂ ਹਟਾਂਗੇ। ਇੱਥੋਂ ਨਹੀਂ ਜਾਂਦੇ ਭਾਵੇਂ ਕਰਫਿਊ ਲੱਗੇ ਭਾਵੇਂ ਐਮਰਜੈਂਸੀ ਲੱਗੇ, ਜਿੰਨਾ ਚਿਰ ਇਹ ਮੌਤ ਦੇ ਵਾਰੰਟਾਂ ਵਾਲੇ ਕਾਨੂੰਨ ਨੇ ਇਹਨਾਂ ਨੂੰ ਖਤਮ ਨਹੀਂ ਕਰਾ ਲੈਂਦੇ, ਐਮਐਸਸੀ ਦਾ ਕਾਨੂੰਨ ਪਾਰਲੀਮੈਂਟ ਦੇ ਵਿੱਚ ਪਾਸ ਨਹੀਂ ਕਰਾ ਲੈਂਦੇ, ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਵੀ ਸਾਡੇ ਪੇਪਰ ਆਉਣ। ਆ ਸਰਦੀ ਦਾ ਪੇਪਰ ਅਸੀਂ ਹੰਢਾ ਲਿਆ, ਅਸੀਂ ਪਾਸ ਹੋਏ ਨਾ, ਹੁਣ ਗਰਮੀ ਦਾ ਪੇਪਰ ਵੀ ਅਸੀਂ ਹੰਢਾ ਲਾਂਗੇ। ਵਾਢੀਆਂ ਦੇ ਦਿਨ ਨੇ ਜਿਹੜੇ ਅਸੀਂ ਵਾਰੀਆਂ ਪਿੰਡਾਂ 'ਚ ਬੰਨ੍ਹ ਲਈਆਂ, ਜਿਹੜੀਆਂ 2-2 3-3 ਟਰਾਲੀਆਂ ਇੱਥੇ ਹਰ ਪਿੰਡ 'ਚ ਆਈਆਂ ਨੇ, ਹਾਲੇ 20-25 ਟਰਾਲੀਆਂ ਉਹਨਾਂ ਪਿੰਡਾਂ 'ਚ ਖਲੀਆਂ ਨੇ। ਉਹਨਾਂ ਪੰਚਾਇਤਾਂ ਨੇ ਵਾਅਦਾ ਕਰਦਿਆਂ, ਸਭ ਨੌਕਰ ਲੋਕਾਂ ਨੇ ਵਾਅਦਾ ਕਰਦਿਆਂ ਵੀ ਭਰਾਓ ਜਿਹੜੀਆਂ ਤੁਹਾਡੀਆਂ ਟਰਾਲੀਆਂ ਨੇ ਉੱਥੇ ਹੀ ਰਹਿਣ, ਮੋਰਚੇ 'ਤੇ ਡਟੇ ਰਹੋ, ਅਸੀਂ ਵਾਰੀ ਸਿਰ ਆਵਾਂਗੇ, ਤੁਹਾਡੀ ਕਣਕ ਪਹਿਲੋਂ ਸੰਭਾਲਾਂਗੇ, ਤੁਹਾਡੀ ਕਣਕ ਪਹਿਲੋਂ ਮੰਡੀ 'ਚ ਜਾਊਗੀ, ਦੂਜੀ ਕਿਸਾਨ ਆਪਦੇ ਬਾਅਦ ਆਰਾਮ ਨਾਲ ਲੈਣਗੇ। ਇਹ ਇੱਕ ਏਕਤਾ, ਇੱਕ ਥਪਾਕ, ਇਹ ਕਿਸਾਨ ਅੰਦੋਲਨ ਨੇ ਤੇ ਜਿਤਨਾ ਇਹਦੇ ਵਿੱਚ ਹੋਰ ਬੜਾ ਕੁਝ ਨਿਕਲ ਰਿਹਾ ਹੈ। ਵੋਟ ਦੀ ਚੋਟ ਅਸੀਂ ਕੋਈ ਸ਼ੌਂਕ ਨਾਲ ਥੋੜੀ ਸ਼ੁਰੂ ਕੀਤੀ ਹੈ। ਵੋਟ ਐਸੀ ਜ਼ਬਰਦਸਤ ਤਾਕਤ ਹੈ ਮੋਦੀ ਦੀ ਸੀਨੇ ਵਿੱਚ, ਜਦੋਂ ਉਹ ਸੰਦੂਖੜੀਆਂ ਖੁੱਲੀਆਂ ਫਿਰ ਬਟਨ ਉਸ ਤਰ੍ਹਾਂ ਦੇ ਨਿਕਲਦੇ ਨਹੀਂ। ਇਹ ਮੈਨੂੰ ਵਿਸ਼ਵਾਸ ਹੈ ਦੇਸ਼ ਦੇ ਲੋਕ ਅਸੀਂ ਜਗਾ ਲਏ, ਔਰ ਦੇਸ਼ ਦੇ ਲੋਕ ਅੱਜ ਮੋਦੀ ਤੋਂ ਖਹਿੜਾ ਛਡਾਉਣ ਲਈ ਸਾਡੀ ਅਗਵਾਈ ਮੰਨ ਰਹੇ ਨੇ ਵੀ ਕਿਸਾਨ ਅੰਦੋਲਨ ਵਾਲਿਓ ਤਗੜੇ ਹੋਵੋ, ਅਸੀਂ ਤੁਹਾਡੇ ਨਾਲ ਆ, ਦੇਸ਼ ਨੂੰ ਬਚਾ ਲਓ, ਅਸੀਂ ਤੁਹਾਡੀ ਪਿੱਠ ਤੇ ਆ। ਹੁਣ ਸਾਰੇ ਸ਼ਹਿਰ ਦੇ ਆ ਗੈਸ ਦੀਆਂ ਕੀਮਤਾਂ ਵੇਖ ਲਓ, ਸਾਰੀਆਂ ਕੀਮਤਾਂ, ਡੀਜ਼ਲ ਦੀਆਂ, ਪੈਟਰੋਲ ਦੀਆਂ ਕੀਮਤਾਂ ਵੇਖ ਲਓ, ਲੋਕ ਤਰ੍ਹਾਂ ਕਰ ਰਹੇ ਨੇ। ਇੱਕ ਅਸੀਂ ਕਿਸਾਨ ਥੋੜ੍ਹੇ ਆ, ਲੋਕ ਤਰ੍ਹਾਂ ਕਰ ਰਹੇ ਨੇ। ਚੰਗਾ ਸ਼ਹਿਰੀ, ਚੰਗਾ ਇਨਸਾਨ, ਚੰਗਾ ਸਰਵਿਸ ਦੇ ਉੱਤੇ ਉਹਦੀ ਰੋਟੀ ਨੂੰ ਖਤਰਾ ਹੈ, ਚੁੱਲ੍ਹੇ ਨੂੰ ਖਤਰਾ ਹੈ, ਤੇ ਉਹ ਅੱਗੇ ਸਾਡੇ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ। ਤੇ ਅਸੀਂ ਅੱਜ ਬੜੇ ਹੌਸਲੇ 'ਚ ਆ ਤਾਂ ਅਸੀਂ ਇੱਕ ਛੋਟਾ ਜਿਹਾ ਇੱਕ ਚਮਤਕਾਰ ਵਿਖਾਇਆ ਹੈ 5 ਘੰਟੇ ਦਾ। ਇਹ ਜੇ ਅਸੀਂ ਚਾਹੀਏ ਅੱਜ, ਸਾਡੀ ਇੰਨੀ ਸ਼ਕਤੀ, ਇੰਨੀ ਤਾਕਤ ਹੈ, ਅਸੀਂ ਦਿੱਲੀ ਦਾ ਪਾਣੀ ਤਾਣੀ, ਬਿਜਲੀ, ਸਬਜ਼ੀਆਂ, ਦੁੱਧ ਅਸੀਂ ਅਣਮਿੱਥੇ ਸਮੇਂ ਤੱਕ ਬੰਦ ਕਰਨ ਦੀ ਸਮਰੱਥਾ ਰੱਖ ਸਕਦੇ ਹਾਂ। ਪਰ ਅਸੀਂ ਡਰਦੇ ਹਾਂ ਲੋਕਾਂ ਤੋਂ। ਜਦੋਂ ਲੋਕ ਸਾਡੀ ਇੱਜ਼ਤ ਕਰਦੇ ਨੇ, ਅਸੀਂ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ। ਅਸੀਂ ਆਪਦੀ ਤੰਗੀ ਹੋਰ ਲੰਮੀ ਝੱਲ ਕੇ, ਅਸੀਂ ਜੇ ਮਜਬੂਰੀ ਬਸ ਜੇ ਕੁਝ ਕਰਨਾ ਪਿਆ ਤੇ ਅਸੀਂ ਉਹ ਵੀ ਕਰਾਂਗੇ, ਉਹ ਵੀ ਲੋਕਾਂ ਦੀ ਰਾਏ ਲੈ ਕੇ। ਲੋਕ ਜਦੋਂ ਸਾਨੂੰ ਚਾਹਣਗੇ, ਹਮਾਇਤ ਦੇਣਗੇ, ਅਸੀਂ ਦਿੱਲੀ ਦਾ ਪੂਰਾ ਮੁਕੰਮਲ ਜਿੱਥੇ ਚਿੜੀ ਨਾ ਫੜ ਕੇ ਉਹ ਦਿਨ ਵੀ ਆਉਣ ਵਾਲੇ ਨੇ। ਪਰ ਮੈਨੂੰ ਐਂ ਲੱਗਦਾ ਹੈ ਅੱਜ ਦੇ ਇਸ ਧਰਨੇ ਤੋਂ ਮੋਦੀ ਜਾਗੇਗਾ, ਔਰ ਮੋਦੀ ਉਹ ਹਾਰ ਨੂੰ ਥੋੜ੍ਹਾ ਜਿਹਾ ਬਚਾਉਣ ਦੀ ਕੋਸ਼ਿਸ਼ ਕਰੇਗਾ, ਔਰ ਸਾਨੂੰ ਉਹ ਸੱਦਾ ਪੱਤਰ ਦੇਵੇਗਾ। ਅਸੀਂ ਜਾ ਕੇ ਕਿਸਾਨਾਂ ਦਾ ਜਿਸ ਤਰ੍ਹਾਂ ਕੇਸ ਪਹਿਲੋਂ ਲੜੇ ਨੇ, ਉਹਨਾਂ ਨੂੰ ਹਰਾ ਕੇ ਆਉਂਦੇ ਰਹੇ ਆ, ਉਸ ਤਰ੍ਹਾਂ ਟੇਬਲ ਦੇ ਉੱਤੇ ਅਖਲਾਕੀ ਤੌਰ ਤੇ ਅਸੀਂ ਉੱਥੇ ਜਿੱਤ ਕੇ ਲੋਕਾਂ ਨੂੰ ਜਿਸ ਤਰ੍ਹਾਂ ਵਿਸ਼ਵਾਸ ਲੈ ਕੇ ਲੋਕ ਸਾਡੇ ਤੇ ਆਏ ਨੇ, ਸੰਯੁਕਤ ਕਿਸਾਨ ਮੋਰਚਾ ਉਸੇ ਤਰ੍ਹਾਂ ਇਹਨਾਂ ਦਾ ਵਿਸ਼ਵਾਸ ਕਾਇਮ ਰੱਖ ਕੇ ਜਿੱਤ ਇਹਨਾਂ ਦੀ ਝੋਲੀ ਪਾ ਕੇ ਇਹਨਾਂ ਲੋਕਾਂ ਦੀ ਅਸੀਂ ਇਹਨਾਂ ਨੂੰ ਘਰ ਤੋਰਾਂਗੇ। ਸੋ ਘਰ ਤੋਰਨਗੇ, ਜਿੱਤ ਕੇ ਘਰ ਜਾਵਾਂਗੇ ਕਹਿਣਾ ਹੈ। ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ KMP ਦੇ ਉੱਤੇ ਲੱਗੇ ਜਾਮ ਦੀਆਂ। ਇਸ ਵਕਤ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਜਲਦੀ ਮੀਟਿੰਗ ਹੋਵੇਗੀ, ਸਰਕਾਰ ਤੇ ਦਬਾਅ ਜਿਹੜਾ ਬਣੇਗਾ ਤੇ ਮੀਟਿੰਗ ਜਲਦੀ ਹੋਵੇਗੀ। ਦੇਖਣਾ ਹੈ ਕਿ ਉਹ ਮੀਟਿੰਗ ਦੇ ਵਿੱਚੋਂ ਕੀ ਗੱਲਬਾਤ ਹੁੰਦੀ ਹੈ ਤੇ ਕਦੋਂ ਮੀਟਿੰਗ ਹੁੰਦੀ ਹੈ। ਵੱਡੀ ਗੱਲ ਇਹ ਹੈ ਕਿ ਡਾਇਲੋਗ ਸ਼ੁਰੂ ਹੁੰਦਾ, ਡੈਡਲੋਕ ਟੁੱਟਦਾ ਹੈ, ਤੇ ਗੱਲਬਾਤ ਕੀ ਹੁੰਦੀ ਹੈ ਤੇ ਕੀ ਅੰਦੋਲਨ ਸਮਾਪਤ ਹੁੰਦਾ ਹੈ ਜਾਂ ਹਜੇ ਹੋਰ ਲੰਬਾ ਚੱਲੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਸਿੰਘੂ ਬਾਰਡਰ, ਦਿੱਲੀ।